ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅੱਜ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਸਾਫ਼ ਕਰਤਾ ਕਿ ਵਿਧਾਨ ਸਭਾ ਚੋਣਾਂ ਹੋਣਗੀਆਂ। ਅੱਜ ਉੱਤਰ ਪ੍ਰਦੇਸ਼ 'ਚ ਉਹਨਾਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ, ਜਿਨ੍ਹਾਂ ਨੇ ਕਿਹਾ ਕਿ ਚੋਣਾਂ ਰੱਦ ਨਹੀਂ ਹੋਣੀਆਂ ਚਾਹੀਦੀਆਂ। ਜਿਹਦਾ ਪਹਿਲਾਂ ਰੌਲਾ ਚੱਲ ਰਿਹਾ ਸੀ ਕਿ ਕਰੋਨਾ ਕਰਕੇ ਸ਼ਾਇਦ ਇਹ ਰੱਦ ਹੋ ਸਕਦੀਆਂ ਨੇ, ਪਰ ਉਹਨੇ ਸਪਸ਼ਟ ਕਰਤਾ ਕਿ ਚੋਣਾਂ ਹੋਣਗੀਆਂ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਪੱਤਰਕਾਰ ਨੇ, ਉੱਘੇ ਪੱਤਰਕਾਰ ਹਮੀਰ ਸਿੰਘ। ਹਮੀਰ ਜੀ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਉਹਨਾਂ ਨੇ ਕਲੀਅਰ ਕਰਤਾ, ਇਹ ਕੀ ਲੋੜ ਪਈ ਉਹਨਾਂ ਨੂੰ ਕਹਿਣ ਦੀ ਕਿ ਚੋਣਾਂ ਹੋਣਗੀਆਂ, ਜੇ ਤਾਂ ਹੋਣੀਆਂ ਹੀ ਸੀ। ਨਹੀਂ, ਇਹਦੇ 'ਤੇ ਸਵਾਲ ਉੱਠਣ ਲੱਗੇ ਸੀ ਕਿਉਂਕਿ ਪਿਛਲੇ ਦਿਨਾਂ ਤੋਂ ਜਿਉਂ-ਜਿਉਂ ਕਹਿੰਦੇ ਨੇ ਨਵਾਂ ਵਾਇਰਸ ਫਿਰ ਉਹ ਰੂਪ ਬਦਲ ਕੇ ਆ ਜਾਂਦਾ ਕਿ ਇਸ ਹਾਲਾਤ ਦੇ ਵਿੱਚ ਕੀ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਨੇ, ਕੀ ਹੋ ਸਕਦਾ ਹੈ ਕੀ ਨਹੀਂ, ਇਹ ਸਾਰੀਆਂ ਚੀਜ਼ਾਂ ਆਈਆਂ ਨੇ। ਪਹਿਲਾਂ ਜਿਵੇਂ ਕਹਿ ਰਹੇ ਸੀ ਜਿਹੜੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਉਦੋਂ ਹੋਈਆਂ ਪੱਛਮੀ ਬੰਗਾਲ ਦੇ ਨਾਲ, ਪੱਛਮੀ ਬੰਗਾਲ ਅਤੇ ਇੱਥੇ ਤਾਮਿਲਨਾਡੂ ਵੀ ਵੱਖ-ਵੱਖ, ਉਦੋਂ ਕਹਿੰਦੇ ਸੀ ਜਿਹੜੀਆਂ ਰਾਜਨੀਤਿਕ ਰੈਲੀਆਂ ਸੀ ਇਹਨੇ ਕਾਫੀ ਜ਼ਿਆਦਾ ਵਧਾਤਾ ਸੀ ਸੰਕਟ, ਅਤੇ ਕਿਉਂ ਨਾ ਪਾਈਆਂ ਜਾਣ। ਉਹਦਾ ਕਾਰਨ ਇੱਕ ਹੋਰ ਵੀ ਸੀਗੀ ਨਾਲ ਕਿਉਂਕਿ ਜਿਹੜੀ ਪੰਜਾਬ ਅਤੇ 5 ਰਾਜਾਂ ਦੀਆਂ ਚੋਣਾਂ ਹੋਣੀਆਂ ਨੇ ਹੁਣ ਫਰਵਰੀ ਮਾਰਚ 'ਚ, ਅਸਲ ਯੂਪੀ ਦੀ ਅਸੈਂਬਲੀ ਦੀ ਜਿਹੜੀ ਡੈਡਲਾਈਨ ਹੈ ਉਹ 14 ਮਈ ਹੈ। ਇਹ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਕੀ ਉਹਨੂੰ ਪਿੱਛੇ ਪਾ ਕੇ ਉਨਾ ਕੁ ਮਹੀਨਾ 2 ਮਹੀਨੇ ਪਿੱਛੇ ਪਾ ਕੇ ਮਈ, ਕਿਉਂਕਿ ਉਹਦਾ ਤਾਂ ਸੰਵਿਧਾਨਕ ਤੌਰ 'ਤੇ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ। ਸਾਡੇ ਤਾਂ ਮਾਰਚ ਹੈ, 27 ਮਾਰਚ ਹੈ, 27 ਮਾਰਚ ਤੋਂ ਅੱਗੇ ਨਹੀਂ ਅਸੀਂ ਜਾ ਸਕਦੇ। ਜੇ ਉਦੋਂ ਅੱਗੇ ਜਾਂਦੇ ਹਾਂ ਤਾਂ ਫਿਰ ਪ੍ਰੈਜ਼ੀਡੈਂਟ ਰੂਲ ਲੱਗੂਗਾ ਸਾਰੇ ਕਿਤੇ, ਅਤੇ ਸੰਵਿਧਾਨ ਦੇ ਵਿੱਚ ਵੀ ਸੋਧ ਕਰਨ ਦੀ ਕਈ ਟੈਕਨੀਕਲ ਕਈ ਚੀਜ਼ਾਂ ਆਉਂਦੀਆਂ ਨੇ ਉਹਦੇ 'ਚ, ਜੇ ਉਦੋਂ ਅੱਗੇ ਟਪਾਇਆ ਜਾਂਦਾ। ਕਿਉਂਕਿ ਹੁਣ ਤੁਸੀਂ ਉਦੋਂ ਅੱਗੇ ਆਪਣੇ ਆਪ ਨਹੀਂ ਕਰ ਸਕਦੇ ਕਿਸੇ ਐਗਜੈਕਟਿਵ ਆਰਡਰ ਨਾਲ ਕਿਸੇ ਗੱਲ ਕਰਕੇ। ਉਹਦੇ 'ਚ ਫਿਰ ਜਿਹੜਾ ਫੁੱਲ ਕਮਿਸ਼ਨ ਸੀ ਉਹ 2 ਦਿਨ ਤੋਂ ਯੂਪੀ ਦੇ ਵਿੱਚ ਸੀਗਾ। ਕੱਲ੍ਹ ਉਹਨੇ ਗੱਲਬਾਤ ਕੀਤੀ ਹੈ ਟੋਟਲ ਅਫਸਰਾਂ ਨਾਲ, ਸਿਕਿਉਰਿਟੀ ਦੇ ਅਰੇਂਜਮੈਂਟ ਤੋਂ ਟੋਟਲ ਹੈਲਥ ਡਿਪਾਰਟਮੈਂਟ ਨਾਲ, ਚੀਫ ਸੈਕਟਰੀ ਨਾਲ, ਦੂਜਿਆਂ ਨਾਲ, ਸਾਰੇ ਅਫਸਰਾਂ ਨਾਲ। ਅਤੇ ਅੱਜ ਉਹਨੇ ਗੱਲ ਕੀਤੀ ਹੈ ਡਿਫਰੈਂਟ ਪੋਲੀਟੀਕਲ ਪਾਰਟੀਜ਼ ਨਾਲ। ਹੁਣ ਪੋਲੀਟੀਕਲ ਪਾਰਟੀ ਜਿਹੜੀਆਂ ਲੱਗੀਆਂ ਹੋਈਆਂ ਨੇ ਇੰਨਾਂ ਦਿਨਾਂ ਤੋਂ ਖਰਚਾ ਵੀ ਕਰਨ ਲੋਕਾਂ ਨੂੰ, ਉਹ ਵੀ ਮੇਰੇ ਖਿਆਲ ਕੋਈ ਨਹੀਂ ਚਾਹੇਗਾ ਵੀ ਇਮੀਡੀਏਟ ਹੁਣ ਉਹ ਹੋ ਜੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇਕਰ ਮਾਮਲਾ ਵੱਧਦਾ ਰਿਹਾ ਤਾਂ ਜੇ ਉਹ ਕਹਿੰਦੇ ਨੇ ਕਰੋਨਾ ਨੋਰਮਜ਼ ਨੂੰ ਧਿਆਨ ਦੇ ਵਿੱਚ ਰੱਖਾਂਗੇ, ਕਰੋਨਾ ਨੋਰਮਜ਼ ਨੂੰ ਧਿਆਨ ਵਿੱਚ ਰੱਖਣਾ ਤਾਂ ਫਿਰ ਵੱਡੀਆਂ ਰੈਲੀਆਂ ਨੂੰ ਵੀ ਧਿਆਨ 'ਚ ਵਿੱਚ ਰੱਖਣਾ ਪਏਗਾ। ਅਤੇ ਫਿਲਹਾਲ ਇਹੋ ਜਿਹਾ ਕੁਝ ਨਹੀਂ ਸਟੈਪ ਉਠਾਇਆ ਜਾ ਰਿਹਾ। ਆਮ ਤੌਰ 'ਤੇ ਪਹਿਲਾਂ ਵੀ ਜਦੋਂ ਗੱਲ ਹੋਈ ਹੈ ਤੁਸੀਂ ਦੇਖੋ ਕਿ ਕਈ ਪਾਰਟੀਆਂ ਨੇ, ਖਾਸ ਤੌਰ 'ਤੇ TMC ਨੇ ਇਲੈਕਸ਼ਨ ਕਮਿਸ਼ਨ 'ਤੇ ਇੱਕ ਸਵਾਲ ਉਠਾਇਆ ਸੀ ਉਦੋਂ, ਜੇ ਉਹ ਇਹ ਸੀ ਕਿ ਇਲੈਕਸ਼ਨ ਕਮਿਸ਼ਨ ਇੱਕ ਖਾਸ ਪਾਰਟੀ ਨੂੰ ਜਿਹੜੀ ਸੱਤਾਧਾਰੀ ਹੈ ਕੇਂਦਰ 'ਚ ਹੈ BJP, ਉਹਨੂੰ ਮੌਕਾ ਦੇ ਰਿਹਾ ਹੈ ਵੱਡੀਆਂ ਰੈਲੀਆਂ, ਦੂਜਿਆਂ 'ਤੇ ਉਹ ਨਹੀਂ ਕਰ ਰਿਹਾ। ਇਸ ਲਈ ਕਮਿਸ਼ਨ ਕਿਉਂ ਨਹੀਂ ਆ ਰਿਹਾ? ਸੁਪਰੀਮ ਕੋਰਟ ਵੀ ਗਏ ਸੀ ਲੋਕ, ਕਮਿਸ਼ਨ ਕਿਉਂ ਨਹੀਂ ਦਖਲ ਦੇ ਰਿਹਾ, ਕਿਉਂ ਨਹੀਂ ਬੰਦ ਕਰ ਰਿਹਾ? ਇਹ ਆਲੋਚਨਾ ਵੀ ਕਮਿਸ਼ਨ ਨੂੰ ਝੱਲਣੀ ਪਈ ਸੀ। ਸ਼ਾਇਦ ਇਹਨਾਂ ਕਾਰਨਾਂ ਕਰਕੇ ਵੀ ਕਮਿਸ਼ਨ ਥੋੜ੍ਹਾ ਜਿਹਾ ਹੁਣ ਜ਼ਿਆਦਾ ਪ੍ਰੋਐਕਟਿਵ ਹੋ ਕੇ ਗੱਲ ਕਰ ਰਿਹਾ ਸੀ ਕਿ ਉਹ ਅੱਗੇ ਚੋਣ ਕਰ ਦਈਏ ਜਾਂ ਨਾ ਕਰ ਦਈਏ। ਘੱਟੋ ਘੱਟ ਜੇ ਨਾ ਕਰਦੇ ਤਾਂ ਪੋਲੀਟੀਕਲ ਕਰੈਕਟ ਤਾਂ ਉਹ ਰਹਿਣਾ ਹੀ ਚਾਹੁੰਦਾ ਵੀ ਅਸੀਂ ਸਭ ਨਾਲ ਗੱਲ ਕੀਤੀ, ਪੋਲੀਟੀਕਲ ਪਾਰਟੀਆਂ ਨਾਲ ਗੱਲ ਕੀਤੀ, ਪ੍ਰਸ਼ਾਸਨ ਨਾਲ ਗੱਲ ਕੀਤੀ, ਸਭ ਦਾ ਵਿਊ ਇੱਕ ਰਲ ਕੇ ਇਹ ਸੀਗਾ ਕਿ ਆਪਾਂ ਚੋਣਾਂ ਕਰਾ ਦੇਣੀਆਂ ਚਾਹੀਦੀਆਂ ਨੇ। ਉਹਦੇ 'ਚੋਂ ਹੁਣ ਜਦੋਂ ਇੱਕ ਬਿਆਨ ਵੀ ਆ ਜਾਂਦਾ, ਚਾਹੇ ਕਮਿਸ਼ਨ ਵੱਲੋਂ ਆਵੇ ਚਾਹੇ ਸਰਕਾਰੀ ਧਿਰ ਵੱਲੋਂ ਆਵੇ, ਉਹ ਸਾਰੇ ਕਿਤੇ ਨਾ ਇੱਕ ਇਹੋ ਜਿਹਾ ਮਾਹੌਲ ਪੈਦਾ ਕਰ ਦਿੰਦਾ ਖਲਾਅ ਜਿਹਾ ਵੀ ਕਿਤੇ ਚੋਣਾਂ ਅੱਗੇ ਤਾਂ ਨਹੀਂ ਪੈ ਜਾਣਗੀਆਂ। ਅੱਗੇ ਮਤਲਬ ਸਾਰੀ ਮਸ਼ੀਨਰੀ ਦੇਖ ਕੇ ਖੜਨ ਲੱਗ ਜਾਂਦੀ ਹੈ ਟੋਟਲ, ਵੀ ਜੇ ਅੱਗੇ ਹੀ ਪੈ ਗਈਆਂ ਤਾਂ ਹੁਣੇ ਕੀ ਲੋੜ ਹੈ ਫਿਰ ਸਾਰੀਆਂ ਚੀਜ਼ਾਂ ਕਰਨ ਦੀ। ਉਹਦੇ ਨਾਲ ਇੱਕ ਕਲੈਰਿਟੀ ਫਿਲਹਾਲ ਹੋ ਗਈ ਹੈ ਕਿ ਯੂਪੀ ਪੰਜਾਬ 'ਚ ਤਾਂ ਜੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀਗੀ। ਅਤੇ ਜੇ 5 ਰਾਜਾਂ ਦੀਆਂ, ਕੁਝ ਲੋਕ ਇਹਦੇ ਤੋਂ ਬਿਨਾਂ ਵੀ ਕਹਿੰਦੇ ਸੀ ਵੀ ਕੀ BJP ਆਪਦੇ ਪੋਲੀਟੀਕਲ ਹਿੱਤ ਦੇ ਵਾਸਤੇ ਇਹਨਾਂ ਨੂੰ ਤੋੜ ਕੇ ਕਰਾ ਸਕਦੀ ਹੈ 5 ਰਾਜਾਂ ਨੂੰ। ਤੋੜ ਕੇ ਦਾ ਮਤਲਬ ਹੈ ਸਾਡੇ ਵਾਲੀਆਂ ਜਨਵਰੀ 'ਚ ਨਿਬੇੜਦੇ ਜਾਂ ਫਰਵਰੀ 'ਚ ਨਿਬੇੜਦੇ, ਅਤੇ ਉਹ ਅੱਗੇ ਅਪ੍ਰੈਲ 'ਚ ਕਰਾ ਲਏ ਯੂਪੀ ਦੀਆਂ 2 ਮਹੀਨੇ ਦਾ ਇੱਕ ਗੈਪ ਪਾ ਕੇ ਉਸ ਪੱਧਰ ਦੇ ਉੱਤੇ, ਜੇ ਉਹਨੂੰ ਪੋਲੀਟੀਕਲ ਸ਼ੂਟ ਕਰਦਾ ਤਾਂ। ਅਤੇ ਉਹ ਵੀ ਹੁਣ ਫਿਰ ਜੇਕਰ ਕੰਟੀਨਿਊ ਆਈ ਹੋਣਗੀਆਂ ਚੋਣਾਂ ਤਾਂ ਇਹਦਾ ਮਤਲਬ ਉਹ ਵੀ ਬ੍ਰੇਕ ਹੋਣ ਦਾ ਵੀ ਸੰਭਾਵਨਾ ਘਟਦੀ ਹੈ ਇਸ ਗੱਲ ਦੇ ਨਾਲ ਕਿ ਇਕੱਠੇ ਕੀ ਕਰਨਗੇ। ਹਾਲਾਂਕਿ ਇੱਕ ਐਂਗਲ ਹੋਰ ਵੀ ਹੁੰਦਾ, ਜੇ ਕਰੋਨਾ ਨਾ ਵੀ ਹੋਵੇ, ਜੇ ਸਰਕਾਰਾਂ ਨੇ ਕਰਾਉਣਾ ਹੋਵੇ ਤਾਂ ਉਹ ਕਹਿੰਦੇ ਨੇ ਸਿਕਿਉਰਿਟੀ ਅਰੇਂਜਮੈਂਟ ਪ੍ਰੋਪਰ ਨਹੀਂ, 4 ਗਰਨੇਟ ਇੱਧਰੋਂ ਲਿਆਉਣੇ, 2 ਡਰੋਨ ਉੱਧਰੋਂ ਲਿਆਉਣੇ ਨੇ, ਤਾਂ ਵੀ ਕਰਾਇਆ ਜਾ ਸਕਦਾ ਜੇਕਰ ਉਹਦੀ ਆਪਣੇ ਤਰੀਕੇ ਨਾਲ ਉਹ ਸੋਚਦੇ ਹੋਣ। ਪਰ ਚੋਣਾਂ ਦਾ ਸਮੇਂ ਸਿਰ ਹੋਣਾ ਡੈਮੋਕ੍ਰੇਸੀ ਦੇ ਲਈ ਜਾਂ ਬਾਕੀ ਦੀਆਂ, ਇਕੱਲਾ ਡੈਮੋਕ੍ਰੇਸੀ ਲਈ ਚੋਣਾਂ ਹੋਣ ਇਹੀ ਕਾਫੀ ਨਹੀਂ। ਚੋਣਾਂ ਕਿਸ ਤਰੀਕੇ ਨਾਲ ਹੋਣ, ਚੋਣਾਂ ਦੇ ਵਿੱਚ ਉਹ ਫੇਅਰ ਨਿਰਪੱਖ ਹੋਣੀਆਂ ਚਾਹੀਦੀਆਂ ਨੇ, ਇਹ ਵੀ ਇੱਕ ਏਜੰਡਾ ਸੀ ਕਮਿਸ਼ਨ ਦੇ ਸਾਹਮਣੇ ਵੀ ਜੇ ਇਹੋ ਜਿਹੇ ਹਾਲਾਤ 'ਚ ਨਿਰਪੱਖ ਚੋਣਾਂ ਨਹੀਂ ਹੁੰਦੀਆਂ, ਤੁਸੀਂ ਪ੍ਰਚਾਰ ਪ੍ਰੋਪਰ ਨਹੀਂ ਕਰ ਪਾਉਂਦੇ, ਲੋਕਾਂ ਦੀ ਗੱਲ ਸਹੀ ਤਰ੍ਹਾਂ ਨਹੀਂ ਸੁਣੀ ਜਾਂਦੀ, ਤਾਂ ਵੀ ਠੀਕ ਨਹੀਂ ਹੈ। ਇਸ ਲਈ ਉਹਨੇ ਇੱਕ ਲਾਈਨ ਨੇ ਕਿਹਾ ਵੀ ਨਿਰਪੱਖ ਅਤੇ ਫਿਰ ਜਿਹੜੀ
ਆਜ਼ਾਦਾਨਾ ਚੋਣਾਂ ਦੇ ਵਾਸਤੇ ਮਾਹੌਲ ਹੈ ਤੇ ਐਵੇਂ ਹੋਣਗੀਆਂ। ਹੁਣ ਉਹ ਪ੍ਰੈਕਟਿਸ 'ਚੋਂ ਦਿਖਦਾ ਕਿ ਕਿੰਨਾ ਕੁ ਨਿਰਪੱਖ, ਕਿੰਨੀਆਂ ਕੁ ਹੋਣੀਆਂ ਨੇ, ਕਿੰਨੀਆਂ ਨਹੀਂ। ਪਰ ਇਹ ਕਲੈਰਿਟੀ ਵੀ ਮੇਰੇ ਖਿਆਲ ਲੋਕਾਂ ਦੇ ਮਨਾਂ 'ਚੋਂ, ਵੋਟਰਾਂ ਦੇ, ਪਾਰਟੀਆਂ ਦੇ ਜਾਂ ਦੂਜੇ ਲੋਕਾਂ ਦੇ ਇੱਕ ਦੁਬਿਧਾ ਕੱਢ ਦੇਗਾ ਕਿ ਹਾਂ ਚੋਣਾਂ ਤਾਂ ਹੋਣੀਆਂ ਹੀ ਨੇ, ਹੁਣ ਆਪੋ ਆਪਣੇ ਗੱਲ 'ਤੇ ਉਹ ਫੋਕਸ ਕਰਨਗੇ। ਚਲੋ ਯੂਪੀ ਤੋਂ ਹੁਣ ਆਪਾਂ ਪੰਜਾਬ ਕੰਨੀ ਨੂੰ ਆਈਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਹੋਰੀ ਲਗਾਤਾਰ ਐਲਾਨ ਕਰ ਰਹੇ ਹੈ, ਸਹੂਲਤਾਂ ਦੇ ਵਾਅਦੇ ਬਹੁਤ ਵੱਡੇ ਕਰ ਰਹੇ ਨੇ, ਅੱਜ ਵੀ ਕੀਤੇ ਨੇ ਆਸ਼ਾ ਵਰਕਰਾਂ ਲਈ। ਕੀ ਉਹ ਪਹਿਲੇ ਵਾਲੇ ਲਾਗੂ ਇੰਪਲੀਮੈਂਟ ਹੋ ਚੁੱਕੇ ਹੈ ਕਿ ਜਿਹੜੇ ਨਵੇਂ ਨੇ ਕਦੋਂ ਲਾਗੂ ਹੋਣਗੇ? ਅਸਲ 'ਚ ਸਾਡਾ ਜਿਹੜਾ ਓਵਰਆਲ ਮਾਹੌਲ ਹੈ, ਮਾਹੌਲ ਚੋਣਾਂ 'ਚ ਤਾਂ ਕੋਈ ਬੇਸਿਕ ਏਜੰਡਾ ਨਹੀਂ ਆ ਰਿਹਾ। ਸਾਰੇ ਇਹੀ ਕਹਿ ਰਹੇ ਨੇ, ਜਿਹੜੇ ਤਾਂ ਸਰਕਾਰ ਹੈ ਅਸੀਂ ਆਹ ਕਰਤਾ ਜਾਂ ਕਰ ਰਹੇ ਹਾਂ, ਅਤੇ ਜਿਹੜਾ ਸਰਕਾਰ 'ਚ ਨਹੀਂ ਹੈ ਉਹ ਕਹਿੰਦਾ ਅਸੀਂ ਇਹ ਕਰਾਂਗੇ ਅਗਲੇ ਦਿਨਾਂ 'ਚ। ਇਹ ਚੀਜ਼ਾਂ ਨੇ ਉਹਦੇ 'ਚ ਮੇਨ ਸਟਰਕਚਰ ਦੇ ਰੂਪ ਦੇ 'ਚ, ਢਾਂਚੇ ਦੇ ਰੂਪ 'ਚ, ਹੱਕ ਦੇ ਰੂਪ ਦੇ ਵਿੱਚ ਕੋਈ ਤਸਲੀਮ ਕਰਨ ਲਈ ਤਿਆਰ ਨਹੀਂ ਹੈ। ਜਿਵੇਂ ਮਿਸਾਲ ਕਰੋ, ਅੱਜ ਵੀ 2 ਖੇਤਰਾਂ ਦੀਆਂ ਬੀਬੀਆਂ ਬਣਾਈਆਂ ਹੋਈਆਂ ਸੀ ਮੇਨਲੀ। ਇੱਕ ਆਸ਼ਾ ਵਰਕਰ ਜਿਹੜੀਆਂ ਮਤਲਬ ਕਮਿਸ਼ਨ 'ਤੇ ਛੋਟਾ ਮੋਟਾ ਕੰਮ ਕਰਦੀਆਂ ਨੇ, ਜਿੰਨੇ ਵੀ ਪ੍ਰੈਗਨੈਂਸੀ ਦੇ ਕੇਸ ਲੈ ਕੇ ਆਉਂਦੀਆਂ ਨੇ, ਜਿੰਨੇ ਵੀ ਬਾਕੀ ਨੇ, ਜਿਹੜਾ ਮੇਨ ਕੰਮ ਗਰਾਊਂਡ ਲੈਵਲ 'ਤੇ ਪਰਿਵਾਰਾਂ ਨਾਲ ਜੋੜਨ ਹੁੰਦਾ, ਉਹਨਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ। ਤਨਖਾਹ ਹੁਣ ਥੋੜ੍ਹਾ ਜਿਹਾ ਭੱਤਾ ਮਿਲਣ ਲੱਗਿਆ ਸੀ, ਪਹਿਲਾਂ ਤਾਂ ਬਿਲਕੁਲ ਹੀ ਨਹੀਂ ਸੀ ਮਿਲਦੀ, ਫਿਰ 1000 ਰੁਪਈਆ ਮਿਲਣ ਲੱਗ ਗਿਆ, 1500। ਇਹੀ ਮਿਡ ਡੇ ਮੀਲ ਕੁੱਕ ਨੇ, 40,000 ਤੋਂ ਵੱਧ ਉਹ ਨੇ, ਅਤੇ ਲਗਭਗ ਇੰਨੇ ਨੇ, ਮਤਲਬ ਕਾਫੀ ਵੱਡਾ ਇੱਕ ਉਹ ਹਿੱਸਾ ਹੈਗਾ ਸਮਾਜ 'ਚ। ਮਿਡ ਡੇ ਮੀਲ ਕੁੱਕਾਂ ਨੂੰ ਵੀ ਪਹਿਲਾਂ 1200 ਤੋਂ ਸ਼ੁਰੂ ਹੋਇਆ, ਫਿਰ 1700 ਹੋ ਗਿਆ, ਫਿਰ 2200 ਹੋ ਗਿਆ। ਉਹ 'ਚ ਇੱਕ ਹਿੱਸਾ ਗੌਰਮੈਂਟ ਆਫ ਇੰਡੀਆ ਪਾਉਂਦੀ ਹੈ ਅਤੇ ਇੱਕ ਹਿੱਸਾ ਪੰਜਾਬ ਦੀ ਸਰਕਾਰ ਪਾਉਂਦੀ ਹੈ। ਹੁਣ ਉਹ ਜਿਹੜੀਆਂ ਜਥੇਬੰਦੀਆਂ ਸਟਰਗਲ ਕਰ ਰਹੀਆਂ ਸੀ, ਉਹਨਾਂ ਦੀਆਂ ਲੀਡਰਾਂ ਨੂੰ ਕਿਹਾ ਕਿ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਇੱਥੇ ਇਕੱਠ ਕਰੋ, ਫਿਰ ਚੀਫ ਮਿਨਿਸਟਰ ਸਾਹਿਬ ਬਾਦਸ਼ਾਹਾਂ ਦੀ ਤਰ੍ਹਾਂ ਆਉਣਗੇ, ਫਿਰ ਤੁਹਾਨੂੰ ਕਹਿਣਗੇ, ਤੁਹਾਡੇ 'ਤੇ ਖੁਸ਼ ਹੋਣਗੇ, ਤੁਸੀਂ ਆਏ ਹੋ ਜੀ, ਆਪਾਂ ਤੁਹਾਨੂੰ ਇਹ ਗੱਲ ਕਰਦੇ ਹਾਂ। ਹਾਲਾਂਕਿ ਗੱਲ ਇਹ ਸੀ, ਇਹ ਚੀਜ਼ਾਂ ਨਿਬੜ ਗਈਆਂ ਸੀ। ਗੱਲਬਾਤ ਜਦੋਂ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਦੌਰਾਨ ਉਹ ਸਟਰਗਲ ਕਰ ਰਹੇ ਨੇ ਲਗਾਤਾਰ। ਹਰ ਬੰਦੇ ਨੂੰ ਪਤਾ ਹੈ, ਹੁਣ ਸਮਾਜ 'ਚ ਸਾਡੇ ਪਤਾ ਲੱਗ ਗਿਆ ਕਿ ਸਰਕਾਰ ਚਾਹੇ 5 ਸਾਲਾਂ ਲਈ ਬਣਦੀ ਹੈ, ਪਹਿਲਾਂ ਅੰਦੋਲਨ ਕਰਨ ਦਾ ਕੋਈ ਫਾਇਦਾ ਨਹੀਂ। 2-3 ਸਾਲ ਹੈ ਨਾ, ਲਾਸਟ ਸਾਲ ਕਰਾਂਗੇ, ਲਾਸਟ ਸਾਲ ਹੀ ਇਹਨਾਂ ਨੇ ਕੁਝ ਦੇਣਾ, ਜੇ ਦੇਣਾ ਨਹੀਂ ਤਾਂ ਨਹੀਂ ਦੇਣਾ। ਹੁਣ ਜਦੋਂ ਉਸੇ ਗੱਲ 'ਤੇ ਇਹ ਸਭ ਨੂੰ ਪਤਾ, ਤੁਸੀਂ ਦੇਖੋ ਕਿ ਕੀ 1700 ਰੁਪਏ ਨਾਲ ਪੂਰਾ ਦਿਨ ਤੁਸੀਂ ਸਕੂਲ ਚਲਵਾ ਕੇ ਔਰ ਖਾਣਾ ਬਣਾਉਣਾ, ਮਤਲਬ ਛੋਟੀ ਗੱਲ ਨਹੀਂ। 50 ਬੱਚਿਆਂ ਦਾ ਖਾਣਾ ਇੱਕ ਬੀਬੀ ਬਣਾਵੇ ਤਾਂ ਵੱਡੀ ਗੱਲ ਹੁੰਦੀ ਹੈ ਨਾ। 50 ਦਾ ਖਾਣਾ ਬਣਾਉਣਾ, ਜੇ ਢਾਬੇ 'ਤੇ ਵੀ ਕੋਈ ਬੰਦਾ ਕੰਮ ਕਰਦਾ ਹੋਏ ਤਾਂ ਕਿੰਨੇ ਪੈਸੇ ਉਹਨੂੰ ਮਿਲਣਗੇ। ਔਰ ਉਹ ਸਾਰਾ ਦਿਨ ਲਾਉਂਦਾ ਹੈ, ਸਾਰਾ ਦਿਨ ਲਾ ਕੇ ਉਹਦੀ ਦਿਹਾੜੀ ਕਿੰਨੀ ਪੈਂਦੀ ਹੈ? ਦਿਹਾੜੀ ਪੈਂਦੀ ਹੈ ਲਗਭਗ 50 ਰੁਪਏ, 52 ਰੁਪਏ ਜਾਂ 60 ਰੁਪਏ। ਉਹ ਵੀ 60 ਨਹੀਂ ਪੈਂਦੀ। ਉਹਦੇ 'ਚੋਂ ਕੀ ਹੈ, ਜਿਹੜੇ ਦਿਨ ਛੁੱਟੀਆਂ ਹੁੰਦੀਆਂ ਨੇ 2 ਮਹੀਨੇ ਉਹ ਕੱਟ ਲੈਂਦੇ ਨੇ ਵੀ 10 ਮਹੀਨੇ ਮਿਲੂਗੀ, 12 ਮਹੀਨੇ ਨਹੀਂ ਮਿਲੂਗੀ ਉਹਨਾਂ ਨੂੰ। ਇਹ ਹੁਣ ਤੱਕ ਚੱਲਦਾ ਆ ਰਿਹਾ ਵਰਤਾਰਾ। ਉਦੋਂ ਕੱਟ ਲੈਂਦੇ ਨੇ, ਉਦੋਂ ਕਿਹੜਾ ਤੁਸੀਂ ਖਾਣਾ ਬਣਾ ਰਹੇ ਹੋ, ਜਿਵੇਂ ਉਹ ਦਿਹਾੜੀਦਾਰ ਹੁੰਦੇ ਨੇ। ਜੇ ਦਿਹਾੜੀਦਾਰ ਹੈ ਫਿਰ ਉਹਨੂੰ ਪੂਰੀ ਦਿਹਾੜੀ ਦਿਓ ਉਸ ਦਿਨ ਦੀ। ਜੇ ਦਿਹਾੜੀਦਾਰ ਨਹੀਂ ਹੈ ਤਾਂ ਫਿਰ ਉਹਨੂੰ ਕੋਈ ਸਰਕਾਰੀ ਸਿਸਟਮ 'ਚ ਲਿਆ ਕੇ 12 ਮਹੀਨੇ ਦਿਓ। ਇੱਕ ਤਾਂ ਇਹ ਚੰਗੀ ਗੱਲ ਹੋਈ ਹੈ ਕਿ ਉਹਨਾਂ ਨੂੰ 12 ਮਹੀਨੇ ਦਾ ਅਨਾਊਂਸਮੈਂਟ ਹੋਈ ਹੈ ਵੀ ਹੁਣ ਤੁਹਾਨੂੰ ਮਿਲਿਆ ਕਰੇਗਾ ਭੱਤਾ। ਅਜੇ ਵੀ ਉਹਨਾਂ ਨੂੰ ਭੱਤਾ ਕਿੰਨਾ ਮਿਲੂਗਾ? 3000 ਰੁਪਈਆ ਮਿਲੂਗਾ ਹੁਣ, ਜਿਹੜਾ ਅੱਗੇ ਤੋਂ। ਅਜੇ ਨਹੀਂ ਪਤਾ ਉਹਦਾ ਨੋਟੀਫਿਕੇਸ਼ਨ ਹੋ ਗਿਆ ਕਿ ਨਹੀਂ, ਮਤਲਬ ਜੇ ਅਨਾਊਂਸਮੈਂਟ ਹੈ ਵੀ ਤੁਹਾਨੂੰ ਅਸੀਂ ਇੰਨੇ ਦਿਆਂਗੇ। ਉਹਨਾਂ ਨੂੰ ਜਿਹੜੀਆਂ ਆਸ਼ਾ ਵਰਕਰ ਨੇ ਉਹਨਾਂ ਨੂੰ 2500 ਰੁਪਇਆ ਭੱਤੇ ਦੇ ਤੌਰ 'ਤੇ ਮਹੀਨਾ ਜਿਹੜਾ ਦਿੱਤਾ ਜਾਏਗਾ। ਹੁਣ ਹਰ ਸਰਕਾਰ ਦੇ ਵਿੱਚ ਇੱਕ ਮਿਨੀਮਮ ਵੇਜ ਐਕਟ ਹੈ ਆਪਣੇ ਕੰਟਰੀ 'ਚ ਬਣਿਆ ਹੋਇਆ, ਜਿਹੜਾ ਹਰ ਸੂਬੇ ਦੇ ਮੁਤਾਬਕ ਆਪੋ ਆਪਣਾ। ਇਹੀ ਚੰਨੀ ਸਾਹਿਬ ਪਹਿਲਾਂ ਕੈਬਨਿਟ ਦੇ ਵਿੱਚ ਇੱਕ ਅਨਾਊਂਸ ਕਰਕੇ ਹਟੇ ਨੇ, 3-4 ਤੋਂ ਕੈਬਨਿਟ ਤੋਂ ਪਹਿਲਾਂ, ਕਿ ਜਿਹੜੀਆਂ ਘੱਟੋ ਘੱਟ ਉਜਰਤ ਹੈ ਸਾਡੇ ਪੰਜਾਬ 'ਚੋਂ 415 ਰੁਪਏ ਡੇਲੀ ਦੀ ਹੋਏਗੀ ਦਿਹਾੜੀ ਇੱਕ ਬੰਦੇ ਲਈ। ਅਤੇ 4 ਐਤਵਾਰ ਜਾਂ 4 ਹਫ਼ਤੇ ਦੀਆਂ ਛੁੱਟੀਆਂ ਕੱਢ ਕੇ 28 ਨੂੰ 415 'ਤੇ ਵੀ ਤੁਸੀਂ ਜੇਕਰ ਵੰਡੋ, 11-12 ਹਜ਼ਾਰ, 10,000, 11 ਦੀ ਬਣਦੀ ਹੈ। ਤਾਂ ਇੱਕ ਤਾਂ ਉੱਥੇ ਤਾਂ ਤੁਸੀਂ ਨਹੀਂ ਲਿਜਾ ਰਹੇ ਉਹਨਾਂ ਚੀਜ਼ਾਂ ਨੂੰ, ਉਹਨੂੰ ਰਾਈਟ ਦੇ ਤੌਰ 'ਤੇ ਉਹ ਨਹੀਂ ਗੱਲ ਕਰ ਰਹੇ। ਦੂਜੀ ਗੱਲ ਇਹ ਹੈ ਕਿ ਮੇਰੀ 1-2 ਨਾਲ ਗੱਲ ਹੋਈ ਬੀਬੀਆਂ ਨਾਲ, ਜਦੋਂ ਇਹਨਾਂ ਨੂੰ ਕੋਈ ਪਰਸੋਂ ਮਿਲ ਕੇ ਗਈਆਂ ਨੇ, ਕਿਸੇ ਨੂੰ ਕੱਲ੍ਹ ਮਿਲੀਆਂ ਨੇ, ਉਹ ਕਹਿੰਦੇ ਸਾਨੂੰ ਫੇਰ ਕਹਿੰਦੇ ਨੇ ਵੀ ਉੱਥੋਂ ਲਿਆਓ ਇਕੱਠੀਆਂ ਕਰਕੇ। ਉਹ ਕਹਿੰਦੇ ਸਾਡੇ ਕੋਲ ਤਾਂ ਪੈਸੇ ਤੁਹਾਡੇ ਕੋਲ ਆ ਕੇ ਕਿਰਾਇਆ ਲਾ ਕੇ ਮੀਟਿੰਗ ਲਈ ਪੈਸੇ ਨਹੀਂ ਹੁੰਦੇ। ਪਹਿਲਾਂ ਤਾਂ ਤੁਸੀਂ ਮੀਟਿੰਗ ਐ ਕਹਿ ਦਿੰਦੇ, ਅੱਜ ਸ਼ਾਮ ਨੂੰ ਕਹਿ ਤਾ ਕੱਲ੍ਹ ਨੂੰ ਆ ਜਾਓ, ਉਹ ਆਉਣ ਲਈ ਪੰਗਾ ਹੋ ਜਾਂਦਾ ਖੜਾ। ਅਸੀਂ ਕਿੱਥੋਂ ਲਿਆਵਾਂਗੇ? ਔਰ ਐਤਕੀ ਦਰਿਆਦਲੀ ਦਿਖਾਈ ਹੈ ਸਰਕਾਰ ਨੇ। ਤੁਸੀਂ ਦੇਖੋ, ਜੇ ਕੌਮਿਆਂ 'ਚ ਨਾ ਦਰਿਆਦਲੀ ਕਹੋ, ਉਹ ਕਹਿੰਦੇ ਐਤਕੀ ਸਾਧਨ ਅਸੀਂ ਖੁਦ ਭੇਜ ਦਾਂਗੇ। ਅੱਗੇ ਤਾਂ ਤੁਸੀਂ ਚੂਨ ਭੂਨ ਇਕੱਠੀ ਕਰਕੇ ਲਿਆਉਂਦੇ ਹੋ, ਕਿਉਂਕਿ ਚੀਫ ਮਿਨਿਸਟਰ ਸਾਹਿਬ ਨੇ ਆਉਣਾ, ਉੱਥੇ ਅਨਾਊਂਸ ਕਰਨਾ, ਸਾਧਨ ਸਰਕਾਰ ਦੇ ਦੇਗੀ। ਉੱਥੇ ਸੁਣਿਆ ਕਿ ਉਹ ਹੇਠਲੇ BPO ਦੀ ਡਿਊਟੀ ਲਾਤੀ, ਕਿਸੇ ਦੀ ਲਾਤੀ ਵੀ ਤੁਸੀਂ ਖੜਾਓ ਉੱਥੇ ਵਹੀਕਲ, ਟੀਚਰਾਂ ਦੀ ਵੀ ਵਿੱਚ ਲਾਤੀ ਵੀ ਚਲੋ ਤੁਸੀਂ ਲੈ ਕੇ ਆਓ। ਬੱਸਾਂ ਗਈਆਂ ਨੇ PRTC ਦੀਆਂ ਬਕਾਇਦਾ। ਹਾਂ, ਉਹਦਾ ਮਤਲਬ ਕੀ ਹੈ ਕਿ ਉਹ ਤੁਸੀਂ ਉਹਨੂੰ ਪੋਲੀਟੀਕਲ ਇਕੱਠ ਦੇ ਤੌਰ 'ਤੇ ਯੂਜ ਕਰ ਰਹੇ ਹੋ।
ਤੁਸੀਂ ਉਹਨੂੰ ਇਨਸਾਨ ਨਹੀਂ। ਪਰ ਇੱਕ ਗੱਲ ਇਹ ਵੀ ਹੈ ਕਿ ਗਰੀਬ ਤੇ ਅਮੀਰ 'ਚ ਜਾਂ ਘੱਟ ਪ੍ਰਭਾਵਸ਼ਾਲੀ ਤੇ ਦੂਜੇ 'ਚ ਫਰਕ ਇਹ ਦੇਖਿਆ ਜਾ ਰਿਹਾ ਹੈ। ਕੀ ਤੁਸੀਂ ਬਾਕੀ ਵਰਗਰਾਂ ਨੂੰ ਵੀ ਇਹ ਮਜਬੂਰ ਕਰਦੇ ਹੋ? ਮੰਨ ਲਓ ਇੱਥੇ ਇੰਡਸਟਰੀਲਿਸਟ ਹੋਣ ਜਾਂ ਇੱਥੇ ਕੋਈ ਵੱਡੇ ਹੋਰ ਹੋਣ, ਈਵਨ ਟੀਚਰਾਂ ਨੂੰ ਤੁਸੀਂ ਕਹਿ ਕੇ ਦਿਖਾਓ ਕਿ ਤੁਸੀਂ ਇਕੱਠ ਕਰੋ, ਮੈਂ ਉੱਥੇ ਆਊਂਗਾ ਤਾਂ ਮੈਂ ਤੁਹਾਡਾ ਅਨਾਊਂਸ ਕਰੂੰਗਾ। ਕਿਸੇ ਨੂੰ ਵੀ ਇਹ ਨਹੀਂ ਕਹਿ ਸਕਦੇ। ਬੰਦਾ ਕਹੂਗਾ ਸਾਡੀ ਜਥੇਬੰਦੀ, ਅਸੀਂ ਆਪਣੇ ਉਸ ਲੈਵਲ 'ਤੇ ਜਾਂ ਕਿਸਾਨਾਂ ਨੂੰ ਕਹਿ ਕੇ ਦਿਖਾਓ ਵੀ ਉੱਥੇ ਇਕੱਠ ਕਰੋ, ਮੈਂ ਫਿਰ ਆਊਂਗਾ, ਫਿਰ ਅਨਾਊਂਸ ਕਰੂੰਗਾ। ਰੋਜ਼ ਤੁਸੀਂ ਉਹ ਕਰਦੇ ਰਹੋ ਕਿ ਕਿਸਾਨਾਂ ਦਾ ਇੱਕ ਔਰਾ ਬਣ ਗਿਆ ਇਸ ਮਾਮਲੇ 'ਚ, ਉਹਨਾਂ ਦੀ ਲੀਡਰਸ਼ਿਪ ਆਉਂਦੀ ਹੈ, ਗੱਲ ਕਰਦੇ ਹੋ ਅਤੇ ਤੁਸੀਂ ਉਹ ਕਰਦੇ ਹੋ। ਅਤੇ ਜਿੰਨਾ ਜਿੰਨਾ ਦੱਬਿਆ, ਹਾਲਾਂਕਿ ਚੰਨੀ ਸਾਹਿਬ ਤੋਂ ਇੱਕ ਮੰਨਿਆ ਜਾ ਰਿਹਾ ਸੀ ਵੀ ਬਾਕੀ ਵੀ ਆਈ ਕਰਦੇ ਨੇ, ਪਰ ਚੰਨੀ ਉਹਨਾਂ ਦਾ ਇਹ ਮੰਨਿਆ ਜਾ ਰਿਹਾ ਸੀ ਕਿ ਉਸ ਵਰਗ 'ਚੋਂ ਆਉਂਦੇ ਨੇ, ਸ਼ਾਇਦ ਉਹਦੀ ਦਰਦ ਤਕਲੀਫ ਜਾਂ ਉਹ ਬੱਚੇ ਛੱਡ ਕੇ ਆਉਂਦੀਆਂ ਨੇ, ਉਹ ਸਾਰਾ ਕੁਛ ਘਰਾਂ 'ਚ ਆਪਣੀ ਰੋਜੀ ਰੋਟੀ ਉਸ ਲੈਵਲ 'ਤੇ ਜੇ ਟਰੀਟਮੈਂਟ ਉਹੀ ਦੇਣਾ, ਉਸੇ ਤਰੀਕੇ ਨਾਲ ਦੇਣਾ। ਇਹ ਸਾਰੀਆਂ ਸਰਕਾਰਾਂ ਨੂੰ ਸਮਝਣ ਦਾ ਕੁਐਸਚਨ ਹੈ ਕਿ ਅਸੀਂ ਆਪ ਉਹਦੇ 'ਚ ਬੰਦਿਆਂ ਦੀ ਕਦਰ ਨਹੀਂ ਕਰਦੇ, ਜਿਹੜੇ ਬੰਦੇ ਹੇਠਲੇ ਲੈਵਲ ਦੇ ਕੰਮ ਕਰਦੇ ਨੇ। ਮੈਨੂੰ ਤਾਂ ਬੜੀ ਵਾਰ ਸਗੋਂ ਇਹ ਆਉਂਦਾ ਹੁੰਦਾ ਕਿ ਇਹ ਜਿਹੜੀਆਂ ਲੇਡੀਜ਼ ਨੇ, ਜਿਹੜੀਆਂ ਮਿਡ ਡੇ ਮੀਲ ਕੁੱਕ ਨੇ, ਮੰਨ ਲਓ ਇਹ ਬੱਚਿਆਂ ਦੀਆਂ ਮਾਵਾਂ ਨੇ, ਮਾਂ ਹੀ ਰੋਟੀ ਪਕਾ ਕੇ ਖਵਾਉਂਦੀਆਂ ਨੇ, ਇਹ ਇਕੱਲੀਆਂ ਐਨੀਆਂ ਨਹੀਂ। ਔਰ ਇਹ ਇਸ ਲਈ ਤਨਦੇਹੀ ਨਾਲ ਕੰਮ ਵੀ ਕਰਦੀਆਂ ਨੇ, ਨਹੀਂ ਤਾਂ ਸ਼ਾਇਦ ਨਾ ਕੰਮ ਕਰਨ, ਕਿਉਂਕਿ ਇਹਨਾਂ ਦੇ ਖੁਦ ਦੇ ਬੱਚੇ ਉੱਥੇ ਹੀ ਪੜ੍ਹਦੇ ਨੇ, ਉਹੀ ਗੌਰਮੈਂਟ ਸਕੂਲਾਂ 'ਚ, ਕਿਉਂਕਿ ਉਹ ਗਰੀਬ ਘਰ ਤੋਂ ਨੇ, ਗਰੀਬ ਹੀ ਬੱਚੇ ਉੱਥੇ ਰਹਿ ਗਏ। ਇਸ ਕਰਕੇ ਉਹਦੇ ਵਿੱਚ ਹੇਰਾ ਫੇਰੀ ਇਹ ਕਰਨ ਦੀ ਚਾਂਸ ਹੈ ਕੋਈ ਨਹੀਂ ਹੈ। ਜੇ ਚਾਂਸ ਕਰੂ ਉਹ ਤੋਂ ਉੱਪਰਲਾ ਬੰਦਾ ਕਰੂਗਾ, ਹੇਠਲਾ ਬੰਦਾ ਨਹੀਂ ਕਰ ਸਕਦਾ, ਜਿਹਦਾ ਜਵਾਕ ਆਪ ਵੀ ਉਹ ਉੱਥੇ ਪੜ੍ਹਦਾ ਹੁੰਦਾ। ਤਾਂ ਉਹਨਾਂ ਦਾ ਘੱਟੋ ਘੱਟ ਸਤਿਕਾਰ ਤਾਂ ਮਾਵਾਂ ਦੇ ਰੂਪ 'ਚ ਕੀਤਾ ਜਾਏ, ਉਹਨਾਂ ਦਾ ਸਤਿਕਾਰ ਤਾਂ ਉਹਨਾਂ ਔਰਤਾਂ ਦੇ ਰੂਪ ਦੇ ਵਿੱਚ ਕੀਤਾ ਜਾਏ। ਇਸੇ ਤਰ੍ਹਾਂ ਬਾਕੀ ਕਰਦੇ ਨੇ। ਕੇਜਰੀਵਾਲ ਨੇ ਵੀ ਕੀ ਕਿਹਾ? ਕੇਜਰੀਵਾਲ ਕੀ ਇਹ ਥੋੜ੍ਹੀ ਕਹਿ ਰਿਹਾ ਸੀਗਾ ਕਿ ਤੇਰੀ ਮੈਂ ਤਨਖਾਹ ਇੰਨੀ ਵਧਾ ਦੂੰਗਾ, ਮੈਂ ਇਹ ਕਰੂੰਗਾ, ਤਨਖਾਹ ਆ ਹੋਏਗੀ, ਆਹ ਸਟਰਕਚਰ ਹੋਏਗਾ, ਵਿਤਕਰਾ ਹੋ ਰਿਹਾ। ਉਹ ਕਹਿੰਦਾ ਮੈਂ 1000 ਰੁਪਈਆ ਦੇ ਦੂੰਗਾ। ਸੁਖਬੀਰ ਬਾਦਲ ਕਹਿੰਦਾ ਮੈਂ 2000 ਰੁਪਈਆ ਦੇ ਦੂੰਗਾ, ਹਰ ਇੱਕ ਨੂੰ ਦੇ ਦੂੰਗਾ, ਚਾਹੇ ਚੀਫ ਮਿਨਿਸਟਰ, ਇਹਦਾ ਮਤਲਬ ਹਰਸਿਮਰਤ ਕੌਰ ਬਾਦਲ ਨੂੰ ਵੀ ਦੇ ਦਿਓ, ਕੱਲ੍ਹ ਨੂੰ ਕਿਸੇ ਹੋਰ ਲੀਡਰ ਦੀ ਵਾਈਫ ਉਹਨੂੰ ਵੀ ਦੇ ਦਿਓ। ਬਿਨਾਂ ਕਹਿੰਦੇ ਵਿਤਕਰਾ ਨਹੀਂ ਕਰਦੇ ਇਸ ਮਾਮਲੇ, ਜਿੰਨਾ ਮਰਜ਼ੀ ਪੈਸਾ ਕਿਸੇ ਕੋਲ, ਹਰ ਇੱਕ ਨੂੰ ਦੇ ਦਾਂਗੇ। ਜਿਹਨੂੰ ਲੋੜ ਹੈ, ਜਿਹਨੂੰ ਰੋਜੀ ਰੋਟੀ ਦੀ ਲੋੜ ਹੈ, ਉਹਨੂੰ ਉਸ ਤਰ੍ਹਾਂ ਟਰੀਟ ਕਰੋ, ਜਿਹਨੂੰ ਨਹੀਂ ਲੋੜ ਹੈ ਉਹਨੂੰ ਉਸ ਤਰ੍ਹਾਂ ਟਰੀਟ ਕਰੋ। ਇਹ ਸਾਰੀਆਂ ਚੀਜ਼ਾਂ ਇਸੇ ਲਈ ਨੇ ਕਿਹਾ ਜਾ ਰਿਹਾ। ਹੁਣ ਨਰਿੰਦਰ ਮੋਦੀ ਆ ਰਹੇ ਨੇ, ਕਹਿੰਦੇ ਉਹ ਵੀ ਕਾਫੀ ਖਰਾਤਾਂ ਵੰਡਣ ਵਾਲੇ ਨੇ, ਹਲਚਲ ਹੈ ਸਾਰੀਆਂ ਪਾਰਟੀਆਂ 'ਚ ਵੀ, ਪਤਾ ਨਹੀਂ ਕੀ ਕਰਕੇ ਜਾਣਗੇ, ਕਿੰਨਾ ਵੱਡਾ ਧਮਾਕਾ ਹੋਏਗਾ। ਹੁਣੇ ਤੋਂ ਬੋਲਣ ਲੱਗ ਗਈਆਂ ਪਾਰਟੀਆਂ ਉਹਦੇ ਖਿਲਾਫ ਵੀ। ਅਤੇ ਵੋਟ ਜਿਵੇਂ ਐ ਹੋ ਗਿਆ ਵੀ ਇੱਕ ਬੰਦਾ ਵਪਾਰੀ ਬੈਠਾ ਕਿਤੇ, ਉਹ ਸੇਲ ਲਾਉਂਦਾ ਹੈ ਕਿ ਕਿੰਨੇ ਤੇ ਖਰੀਦਿਆ ਜਾ ਸਕਦਾ ਕੁਛ। ਨਿੱਜੀ ਵੀ ਵੋਟਾਂ ਖਰੀਦੀਆਂ ਜਾਂਦੀਆਂ ਨੇ, ਨਸ਼ੇ ਨਾਲ ਵੀ ਖਰੀਦੀਆਂ ਜਾਂਦੀਆਂ ਨੇ, ਅਤੇ ਇੱਕ ਸਰਕਾਰੀ ਖਜ਼ਾਨੇ 'ਚੋਂ ਕਰਪਸ਼ਨ ਦੇ ਕੇ ਵੀ ਖਰੀਦੀਆਂ ਜਾਂਦੀਆਂ ਨੇ। ਇਹ ਸਰਕਾਰੀ ਖਜ਼ਾਨੇ ਦੀ ਕਰਪਸ਼ਨ ਦਾ ਇੱਕ ਤਰੀਕਾ ਹੈ। ਹੱਕ ਇਹ ਹੁੰਦਾ ਕਿ ਜਦੋਂ ਜਦੋਂ ਤੁਸੀਂ ਇਹ ਮਹਿਸੂਸ ਕਰਦੇ ਹੋ ਲੋਕ ਆਰਗੂਮੈਂਟ ਦਿੰਦੇ ਨੇ, ਅਤੇ ਤੁਸੀਂ ਉਹਨਾਂ ਦੀ ਗੱਲ ਉਦੋਂ ਤੋਂ ਸੁਣਦੇ ਜਾਓ। ਇਕੱਲੇ ਵੋਟਾਂ ਵੇਲੇ ਸੁਣਨ ਦਾ ਸਵਾਲ ਨਹੀਂ, ਬਲਕਿ ਵੋਟਾਂ ਵੇਲੇ ਸਰਕਾਰ ਇਹ ਕਹੇ ਦੇਖੋ ਅਸੀਂ ਆਹ ਕਰਤਾ, ਸਾਡਾ ਏਜੰਡਾ ਸੀ, ਤੁਸੀਂ ਵੋਟ ਭਾਈ ਸਾਨੂੰ ਪਾਉਣੀ ਆ, ਦੱਸੋ ਆਹ ਕਲੀਅਰ ਸਾਡਾ ਚੋਣ ਮੈਨੀਫੈਸਟੋ ਸੀ। ਹੁਣ ਉਹ ਵੱਡੇ ਚੀਜ਼ਾਂ ਨੂੰ ਇਹ ਅਸਲ 'ਚ ਭੁਲਾ ਦੇਣਾ ਚਾਹੁੰਦੇ ਨੇ। ਘਰ ਘਰ ਨੌਕਰੀ, ਉਹ ਕਹਿੰਦੇ ਮੁੱਦਾ ਹੀ ਨਾ ਉੱਠੇ। ਸਮੁੱਚਾ ਕਰਜ਼ਾ ਮਾਫੀ, ਮੁੱਦਾ ਹੀ ਨਾ ਉੱਠੇ। ਹੁਣ ਬੇਅਦਬੀ, ਡਰੱਗ, ਉਹ ਜਿੰਨੇ ਵੀ ਮਾਮਲੇ ਸੀ, ਇਹਦੀ ਬਜਾਏ ਕਹਿੰਦੇ ਇੱਧਰ ਲੱਗ ਜੇ, ਲੈ ਤੇਰੇ ਆਹ ਕਰਤਾ, ਤੇਰਾ ਆਹ ਕਰਤਾ। ਇਹ ਸਾਰੀਆਂ ਪਾਰਟੀਆਂ ਦਾ ਇੱਕ ਸਾਂਝਾ ਜਿਹਾ ਸਲੋਗਨ ਬਣ ਗਿਆ ਮੇਰੇ ਖਿਆਲ। ਹਰ ਪਾਰਟੀ ਇਹੋ ਜਿਹਾ ਹੀ ਇੱਕ ਸਿਸਟਮ ਕਰਨ ਲੱਗ ਗਈ, ਜਿਹਦੇ ਨਾਲ ਜਮਹੂਰੀਅਤ ਮਜ਼ਬੂਤ ਨਹੀਂ ਹੁੰਦੀ, ਜਮਹੂਰੀਅਤ ਮੇਰੇ ਖਿਆਲ ਕਮਜ਼ੋਰ ਹੁੰਦੀ ਹੈ। ਔਰ ਜਿੰਨਾ ਬਲਕਿ ਜਿਹੜੇ ਸਾਇੰਟਿਸਟ ਨੇ ਖਾਸ ਤੌਰ 'ਤੇ ਕਰੋਨਾ ਤੋਂ ਬਾਅਦ ਤਾਂ ਇਹ ਕਹਿ ਚੁੱਕੇ ਨੇ ਬਾਰ-ਬਾਰ, ਸਾਇੰਟਿਸਟ ਨੇ ਜਿਹੜੇ ਅਰਥ ਸ਼ਾਸਤਰੀ ਨੇ ਮੇਨਲੀ, ਜਿਹੜੇ ਥੋੜ੍ਹੇ ਜਿਹੇ ਪ੍ਰੋ ਪੀਪਲ ਨੇ, ਉਹ ਕਹਿੰਦੇ ਨੇ ਜੇ ਅਰਥ ਵਿਵਸਥਾ ਚਲਾਉਣੀ ਹੈ, ਜਿਹੜੇ ਹੇਠਲੇ ਤਬਕੇ ਦੇ ਲੋਕ ਨੇ ਉਹਨਾਂ ਦੀਆਂ ਜੇਬਾਂ 'ਚ ਜ਼ਿਆਦਾ ਪੈਸੇ ਪਾਓ, ਕਿਉਂਕਿ ਉਹ ਘਰ ਨਹੀਂ ਰੱਖ ਸਕਦਾ, ਉਹ ਤਾਂ ਲਿਆ ਕੇ ਮਾਰਕੀਟ ਜਦੇ ਛੱਡਦਾ, ਤਾਂ ਉਹ ਪੰਪ ਹੋ ਜਾਂਦੀ ਹੈ, ਫਿਰ ਸਰਕਲ ਇੱਕ ਚੱਲਣਾ ਸ਼ੁਰੂ ਹੋ ਜਾਂਦਾ, ਤਾਂ ਮਾਰਕੀਟ 'ਚ ਜੋਬ ਪੈਦਾ ਹੋਏਗੀ, ਤਾਂ ਬਾਕੀ ਦੀਆਂ ਚੀਜ਼ਾਂ ਪੈਦਾ ਹੋਣਗੀਆਂ। ਪਰ ਸਾਡੇ ਉਹ ਪਾਸਾ ਦੇਖਿਆ ਹੀ ਨਹੀਂ ਜਾ ਰਿਹਾ ਪਿਛਲੇ 2-3 ਸਾਲ ਤੋਂ ਲਗਾਤਾਰ। ਅਸੀਂ ਕਿਤੇ ਹੋਰ ਫਿਰਦੇ ਹਾਂ। ਅਸੀਂ ਤਾਂ ਕੇਵਲ ਇਹ ਸੀ ਵੋਟਾਂ ਵੇਲੇ ਦੇਖ ਲਾਂਗੇ ਜਿੰਨੇ ਕੁ ਪੈਸੇ ਆਉਂਦੇ ਨੇ, ਇੱਦੋਂ ਪਹਿਲਾਂ ਅਸੀਂ ਕਰ ਰਹੇ। ਸ਼ਾਇਦ ਇਹ ਇਕੋਨਮੀ ਉਹ ਚੱਲ ਪੈਂਦੀ ਪਿਛਲੇ 1.5 ਸਾਲ 'ਚ, ਕੁਝ ਲੋਕਾਂ ਨੂੰ ਰੁਜ਼ਗਾਰ ਵੀ ਨਵਾਂ ਮਿਲ ਜਾਂਦਾ, ਜਿਹੜਾ ਖੋਇਆ ਹੋਇਆ ਰੁਜ਼ਗਾਰ ਹੈ ਉਹ ਥੋੜ੍ਹਾ ਜਿਹਾ ਵੱਧ ਜਾਂਦਾ, ਜਿਹੜੀਆਂ ਕਟੌਤੀਆਂ ਹੋਈਆਂ ਨੇ ਉਹ ਸ਼ਾਇਦ ਬਹਾਲੀ ਹੋ ਜਾਂਦੀ, ਜਿਹੜੀਆਂ ਚੀਜ਼ਾਂ ਨੇ ਉੱਧਰ ਨਹੀਂ ਸੋਚ ਰਹੇ। ਇਸ ਲਈ ਇਸ ਪੋਲੀਟੀਕਲ ਸਪੈਕਟਰਮ ਦੇ ਵਿੱਚ ਜਿਹੜਾ ਹੁਣ ਵੋਟ ਆਉਂਦਾ ਹੈ, ਇੱਥੇ ਸਮੁੱਚੀ ਪਬਲਿਕ ਦੇ ਵਿੱਚ ਇੱਕ ਸੰਵਾਦ ਜਿਹੜਾ ਛਿੜਨਾ ਚਾਹੀਦਾ, ਸਮੱਸਿਆਵਾਂ ਕੀ ਨੇ, ਕਿਵੇਂ ਹੱਲ ਕੀਤੀਆਂ ਜਾ ਸਕਦੀਆਂ ਨੇ, ਉਸ ਵੱਲ ਨੂੰ ਵਧਣ ਦੀ ਲੋੜ ਹੈ। ਉਹ ਮੇਰਾ ਖਿਆਲ ਹੈ ਸਿਵਲ ਸੁਸਾਇਟੀ ਦਾ ਰੋਲ ਹੈ, ਜਿਹਨੂੰ ਅਪਣਾਉਣ ਦੀ ਲੋੜ ਹੈ। ਸਿਆਸੀ ਤੇ ਰਾਜਨੀਤਿਕ ਤਾਂ ਉਮੀਦ ਉਸ ਪੱਧਰ 'ਤੇ ਨਹੀਂ ਕੀਤੀ ਜਾ ਸਕਦੀ। ਚਲੋ ਆਪਾਂ ਤੋਂ ਥੋੜ੍ਹਾ ਜਿਹਾ ਹਟ ਕੇ ਕਰੀਏ, ਨਾਗਾਲੈਂਡ ਨੂੰ ਅਸ਼ਾਂਤ ਖੇਤਰ ਦੁਆਰਾ ਫਿਰ ਘੋਸ਼ਿਤ ਕਰਤਾ, ਜਦ ਕਿ ਸੈਂਟਰ ਨੇ ਹਲੇ ਕਮੇਟੀ ਬਣਾਈ ਸੀ ਬਈ ਇਸ 'ਤੇ ਲੱਗਣਾ ਚਾਹੀਦਾ ਹੈ ਅਫਸਾ ਕਿ ਨਹੀਂ ਲੱਗਣਾ ਚਾਹੀਦਾ, ਅਤੇ ਅੱਜ ਐਲਾਨ ਕਰਤਾ ਕਿ ਉੱਥੇ 6 ਮਹੀਨੇ ਲਈ ਹੋਰ ਇਹਨੂੰ ਐਕਸਟੈਂਡ ਕਰਤਾ।
ਇਹ ਇੱਕ ਬਹੁਤ ਬੜਾ ਮੁੱਦਾ ਹੈ ਮਨੁੱਖੀ ਅਧਿਕਾਰਾਂ ਦਾ, ਸ਼ੁਰੂ ਤੋਂ ਹੀ ਹੈ, ਬੜੀ ਦੇਰ ਤੋਂ ਹੈ। ਔਰ ਅਸੀਂ ਇਹ ਕਹਿੰਦੇ ਆ ਨਾਰਮਲੀ ਕਿ ਸਾਡਾ ਜਿਹੜੀ ਅਫਸਰਸ਼ਾਹੀ ਹੈ ਤੇ ਫੌਜ ਹੈ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ, ਉਹ ਨਿਊਟਰਲ ਹੈ। ਉਹ ਪੋਲੀਟੀਕਲ ਫੈਸਲਿਆਂ 'ਚ ਦਖਲ ਨਹੀਂ ਦੇ ਸਕਦੀ, ਉਹ ਪੋਲੀਟੀਕਲ ਮਾਮਲਿਆਂ ਦੇ ਵਿੱਚ ਗੱਲ ਨਹੀਂ ਕਰ ਸਕਦੀ। ਜਦੋਂ ਵੀ ਐਪਸਫਾ ਦਾ ਮੁੱਦਾ ਆਇਆ, ਜੰਮੂ ਕਸ਼ਮੀਰ ਤੋਂ ਲੈ ਕੇ ਉੱਥੇ ਤੱਕ, ਔਰ ਬਹੁਤ ਲੋਕਾਂ ਨੇ, ਸਿਵਲ ਸੁਸਾਇਟੀ ਦੀਆਂ ਨੇ, ਗਾਂਧੀਵਾਦੀਆਂ ਨੇ, ਹੋਰਾਂ ਲੋਕਾਂ ਨੇ, ਮਨੁੱਖੀ ਅਧਿਕਾਰਾਂ ਦੇ ਸਰੋਕਾਰ ਰੱਖਣ ਵਾਲਿਆਂ ਨੇ ਇਹ ਮੁੱਦੇ ਉਠਾਏ ਨੇ ਕਿ ਇਹ ਐਪਸਫਾ ਦਾ ਜਿਹੜਾ ਨਹੀਂ। ਹਾਲਾਂਕਿ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਜਿਹੜੀ ਮਨੀਪੁਰ ਦੇ ਕਿਲਿੰਗਜ਼ 'ਤੇ ਹੋਈ ਸੀ, ਉਹ ਇਹ ਕਹਿੰਦੇ ਸੀ ਕਿ ਕੁਝ ਅਧਿਕਾਰ ਦੇਣੇ ਸਿਕਿਉਰਿਟੀ ਫੋਰਸਿਸ ਦੀ ਗੱਲ ਹੈ, ਪਰ ਬੰਦੇ ਮਾਰਨ ਦਾ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ ਹੁੰਦਾ, ਅਤੇ ਉਹਦੀ ਤਾਂ ਹਰ ਕੇਸ ਦੀ ਇਨਕੁਆਇਰੀ ਉੱਪਰਲੇ ਲੈਵਲ 'ਤੇ ਹੋ ਕੇ ਸਜ਼ਾ ਮਿਲਣੀ ਚਾਹੀਦੀ ਹੈ, ਪਰਚੇ ਦਰਜ ਕਰਨੇ ਚਾਹੀਦੇ ਨੇ। ਤੁਸੀਂ ਐਂ ਨਹੀਂ ਕਹਿ ਸਕਦੇ ਕਿ ਜੀ ਕਿਉਂਕਿ ਖਾਸ ਹਾਲਾਤਾਂ 'ਚ ਕੰਮ ਕਰਦੇ ਹੋ ਤਾਂ ਤੁਸੀਂ ਉਹ ਤੋਂ ਬਾਅਦ ਤੁਹਾਡੇ 'ਤੇ ਕੋਈ ਕਾਰਵਾਈ ਨਹੀਂ ਹੈ। ਉਦੋਂ ਤੁਸੀਂ ਦੇਖੋ ਕਿ ਕਈ ਵਾਰ DGP ਉਹਨਾਂ ਫੋਰਸਾਂ ਦੇ, ਕਈ ਵਾਰ ਪੁਲਿਸ ਦੇ ਫੌਜ ਦੇ ਜਨਰਲ ਬੋਲਣੇ ਸ਼ੁਰੂ ਹੋ ਜਾਂਦੇ ਨੇ, ਬਿਆਨ ਦੇਣੇ ਕਿ ਐਂ ਤਾਂ ਫਿਰ ਸਾਡੇ ਤੋਂ ਕੰਮ ਹੀ ਨਹੀਂ ਹੋਏਗਾ। ਇਹਦਾ ਮਤਲਬ ਤੁਸੀਂ ਵੀ ਉਸ ਪੋਲੀਟੀਕਲ ਡਿਸੀਜਨ ਨੂੰ ਪ੍ਰਭਾਵਿਤ ਕਰ ਰਹੇ ਹੋ। ਫਿਰ ਨਿਊਟਰਲ ਕਿਵੇਂ ਹੋਇਆ? ਤੋਂ ਪਹਿਲਾਂ ਵੀ ਤਾਂ ਕੰਮ ਕਰਦੇ ਸੀ, ਜਦੋਂ ਦੇ ਆਜ਼ਾਦੀ ਤੋਂ ਬਾਅਦ ਜਾਂ ਲਗਾਤਾਰ ਕੰਮ ਕਰਦੇ ਸੀ। ਹੁਣ ਮੇਰੇ ਖਿਆਲ ਅੰਦਰੂਨੀ ਪ੍ਰੈਸ਼ਰ ਇਹ ਬਹੁਤ ਜ਼ਿਆਦਾ ਨੇ। ਜਦੋਂ ਨਾਗਾਲੈਂਡ ਦੇ ਬੰਦੇ ਮਰੇ ਨੇ, ਨਜਾਇਜ਼ ਮਰੇ, ਕਹਿੰਦੇ ਜੀ ਗਲਤ ਪਛਾਣ ਹੋ ਗਈ। ਗਲਤ ਪਛਾਣ ਕਾਹਦੀ ਹੁੰਦੀ ਹੈ? ਔਰ ਉਹਦੇ 'ਚ ਕੀ ਹੋਇਆ ਹੁਣ ਵੀ ਕਮੇਟੀ ਬਣ ਗਈ ਇੱਕ ਉੱਚ ਤੱਕ ਦੀ, ਉਹ ਕਮੇਟੀ ਨੇ 2 ਮਹੀਨਿਆਂ ਦੇ ਵਿੱਚ ਇੱਕ ਫੈਸਲਾ ਕਰਨਾ। ਮੇਰੇ ਖਿਆਲ ਹੁਣ 6 ਮਹੀਨੇ ਤੁਸੀਂ ਵਧਾਤਾ। ਜੇ ਕਮੇਟੀ ਬਣੀਆਂ 2 ਮਹੀਨਿਆਂ 'ਚ, ਵੱਧ ਤੋਂ ਵੱਧ ਬਹੁਤ ਜ਼ਰੂਰਤ ਹੈ ਤੁਹਾਡੀ ਕੰਟੀਨਿਊਟੀ, ਤਾਂ 2 ਮਹੀਨੇ ਕਰ ਲਓ। 6 ਮਹੀਨੇ ਕਿਉਂ? ਉਹਨੂੰ 2 ਮਹੀਨੇ ਵਧਾ ਸਕਦੇ ਹੋ ਵੀ ਚਲੋ ਕਮੇਟੀ ਦੀ ਰਿਪੋਰਟ ਆਈ। ਜੇ ਤੁਹਾਡੇ ਦਿਮਾਗ 'ਚ ਇਹ ਹੋਵੇ ਵੀ ਆਪਾਂ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਹਟਾਉਣਾ ਅਤੇ ਇੰਪਲੀਮੈਂਟ ਕਰਨਾ। ਔਰ ਦੂਜੀ ਗੱਲ ਇਹ ਹੈ ਕਿ ਕੀ ਇੰਨੇ ਲੰਮੇ ਸਮੇਂ ਤੋਂ ਜੇ ਐਪਸਫਾ ਹੋਣ ਦੇ ਬਾਵਜੂਦ ਕੋਈ ਫਰਕ ਨਹੀਂ ਪਿਆ, ਮਿਲੀਟੈਂਸੀ ਨੂੰ ਫਰਕ ਨਹੀਂ ਪਿਆ, ਬਾਕੀ ਚੀਜ਼ਾਂ, ਤਾਂ ਇਹਦਾ ਮਤਲਬ ਐਪਸਫਾ ਤਾਂ ਇਲਾਜ ਨਹੀਂ ਹੈ ਨਾ। ਇਲਾਜ ਤਾਂ ਕਿਤੇ ਹੋਰ ਹੈ, ਅਤੇ ਤੁਸੀਂ ਉਹੀ ਦਾਰੂ ਅਤੇ ਉਹੀ ਦਵਾ ਵਰਤੀ ਜਾ ਰਹੇ ਹੋ ਜਿਹੜੀ ਸਗੋਂ ਰਿਐਕਟ ਕਰਾਉਂਦੀ ਆ ਲੋਕਾਂ ਨੂੰ। ਇਸੇ ਹੀ ਐਪਸਫਾ ਦੇ ਮਾਮਲੇ 'ਤੇ ਅਤੇ ਕਤਲਾਂ ਦੇ ਮਾਮਲੇ 'ਤੇ ਇਰੋਮ ਸ਼ਰਮੀਲਾ ਬੈਠੀ ਸੀ, ਕਿੰਨਾ ਸਮਾਂ ਬੈਠੀ ਰਹੀ, ਉਹਦੇ ਕਿਸੇ ਨੇ ਨਹੀਂ ਸੁਣੀ। ਦੁਨੀਆ ਉਹਨੂੰ ਆਇਰਨ ਲੇਡੀ ਦਾ ਖਿਤਾਬ ਦਿੱਤਾ, ਸਾਰੀ ਦੁਨੀਆ ਨੇ ਮਾਨਤਾ ਦਿੱਤੀ, ਪਰ ਕੋਈ ਸੁਣਵਾਈ ਨਹੀਂ। ਫਿਰ ਮਾਸਜ ਦੇ ਵਿੱਚ ਤੁਸੀਂ ਦੇਖੋ, ਮਨੀਪੁਰ ਦਾ ਹੀ ਉਹ ਮਾਮਲਾ ਸੀ, ਜਦੋਂ ਉਹ ਔਰਤਾਂ ਨੇ ਇੱਕ ਦਿਲ ਕੰਬਾਊ ਤੁਹਾਡੇ ਸਾਹਮਣੇ ਇੱਕ ਸੀਨ ਪੇਸ਼ ਕੀਤਾ ਕਿ ਅਲਫ ਨੰਗੀਆਂ ਹੋ ਕੇ ਇੱਕ ਔਰਤ, ਜਦੋਂ ਉਦੋਂ ਤੋਂ ਤਹਿਲਕਾ ਛਪੀ ਸੀ ਅਤੇ ਵਾਕਈ ਤਹਿਲਕਾ ਮਚਿਆ ਸੀ ਦੁਨੀਆ 'ਚ ਕਿ ਇਹੋ ਜਿਹੇ ਦੇਸ਼ ਦੇ ਵਿੱਚ ਜਿੱਥੇ ਇੰਨਾ ਵੱਡਾ ਤੌਰ 'ਤੇ ਮਜਬੂਰ ਹੋ ਜਾਣ ਔਰਤਾਂ, ਔਰ ਜਾ ਕੇ ਇਹ ਕਹਿਣ ਵੀ ਅਸੀਂ ਭਾਈ ਜੋ ਤੁਸੀਂ ਕਰਨਾ ਸਾਡੇ ਨਾਲ ਸਮੂਹਿਕ ਤੌਰ 'ਤੇ ਕਰ ਲਓ। ਇੱਦੋਂ ਤਾਂ ਸ਼ਰਮਨਾਕ ਕੋਈ ਵੀ ਨਹੀਂ ਚੀਜ਼ ਹੋ ਸਕਦੀ ਕਿਸੇ ਵੀ ਸੱਭਿਅਕ ਮੁਲਕ ਦੇ ਵਿੱਚ ਜਾਂ ਕਿਤੇ ਵੀ। ਇਸ ਕਰਕੇ ਇਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਡੈਮੋਕ੍ਰੇਸੀ ਦੇ ਵਿੱਚ ਇਹ ਹੈ ਕਿ ਲੋਕਾਂ ਨੂੰ ਸੰਤੁਸ਼ਟ ਕਰਕੇ ਤੁਸੀਂ ਜਿਹੜਾ ਅੱਤਵਾਦ ਜਾਂ ਮਿਲੀਟੈਂਸੀ ਦਾ ਖਾਤਮਾ ਕਰ ਸਕਦੇ ਹੋ, ਲੋਕਾਂ ਨੂੰ ਤੇ ਡੰਡਾ ਚਲਾ ਕੇ ਨਹੀਂ। ਨੋਮ ਚਮਸਕੀ ਦੇ ਕਿਸਾਨ ਅੰਦੋਲਨ 'ਚ ਬੋਲਿਆ ਸੀ ਜਿਹੜਾ ਕਿ ਬੀਕਨ ਆਫ ਲਾਈਟ ਹਾਊਸ ਹੈ, ਉਹਨੇ ਇੱਕ ਬਹੁਤ ਵੱਡਾ ਉਹਦੇ ਟਾਈਟਲ ਨਾਲ ਹੀ ਕਿਤਾਬ ਹੈ, ਬਲਕਿ ਉਹ ਕਹਿੰਦਾ ਵੀ ਜਿਹੜੀ ਮਿਲੀਟੈਂਸੀ ਜਾਂ ਅੱਤਵਾਦ ਹੈ ਜਿਹੜਾ, ਇਹ ਮਹਾਸ਼ਕਤੀਵਾਦ ਅਤੇ ਅੱਤਵਾਦ ਸੇਮ ਸਿੱਕੇ ਦੇ 2 ਪਾਸੇ ਨੇ। ਜਿੰਨਾ ਚਿਰ ਸਟੇਟ ਟੈਰਰਿਜ਼ਮ ਰਹੂਗਾ ਉਨਾ ਚਿਰ ਤੁਸੀਂ ਅੱਤਵਾਦ ਖਤਮ ਹੀ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਅਮਰੀਕਾ ਨੂੰ ਕਹਿੰਦਾ ਆਪਣੇ ਉਸ ਮਾਮਲੇ ਦੇ ਵਿੱਚ ਵੀ ਤੁਸੀਂ ਵਰਲਡ 'ਚ ਚੱਲੇ ਹੋ ਨਾ ਆਪਣੇ ਵੱਲੋਂ ਖਤਮ ਕਰਨ, ਤੁਸੀਂ ਸਗੋਂ ਪੈਦਾ ਕਰਨ ਵਾਲੇ ਹੋ। ਐਕਸ਼ਨ ਦਾ ਰਿਐਕਸ਼ਨ ਲਾਜ਼ਮੀ ਹੋਣਾ। ਅਤੇ ਜਦੋਂ ਉਹ ਉਸ ਪੱਧਰ ਦੇ ਉੱਤੇ ਇੱਕ ਜਿਹੜੇ ਮਤਲਬ ਥਾਟ ਪ੍ਰੋਸੈਸ ਚੱਲਦਾ, ਜਿਹੜਾ ਦੁਨੀਆ 'ਚ ਤੁਸੀਂ ਸਕਾਲਰ ਗੱਲ ਕਰਦੇ ਨੇ, ਬਾਕੀ ਲੋਕ ਗੱਲ ਕਰਦੇ ਨੇ, ਤਾਂ ਤੁਸੀਂ ਆਪਣੇ ਨਿੱਜੀ ਫਾਇਦੇ ਲਈ ਇਹ ਨਹੀਂ ਗੱਲ ਕਰ ਸਕਦੇ। ਔਰ ਇਸੇ ਲਈ ਉਹਨਾਂ ਨੂੰ RTI 'ਚੋਂ ਵੀ ਬਾਹਰ ਕੱਢਿਆ, ਜਿਵੇਂ ਕਿੰਨੇ ਮਾਮਲਿਆਂ ਦੇ ਵਿੱਚ ਉਹ ਕਹਿੰਦੇ ਕਰਪਸ਼ਨ ਹੈ RTI 'ਚ, ਤਾਂ ਤੁਸੀਂ ਬਾਕੀ ਚੀਜ਼ਾਂ ਨਾ ਦੱਸੋ। ਜਿਹੜੀ ਚੀਜ਼ ਕਰਪਸ਼ਨ ਹੈ ਉਹਦਾ ਤਾਂ ਤੁਸੀਂ ਦਿਓਗੇ ਨਾ, ਉਹਨੂੰ ਸੈਲਰੀ ਕਿੰਨੀ ਮਿਲੀ, ਕਿੰਨਾ ਤੇਲ ਸੀ, ਕਿੰਨਾ ਵੇਚ ਕੇ ਕਿੰਨਾ ਰਹਿੰਦਾ, ਕਿੰਨਾ ਅਮਨੀਸ਼ਨ ਸੀ, ਉਹ ਤੁਹਾਡੇ ਕੋਲ ਹੈ ਜਾਂ ਨਹੀਂ ਹੈ। ਕੁਝ ਚੀਜ਼ਾਂ ਤਾਂ ਉਹਨੂੰ ਲਿਆਓ, ਫਿਰ ਉਹਦੇ ਨਾਂ 'ਤੇ ਸਭ ਕੁਝ ਹੀ ਵਰੀ ਕਰ ਦਿਓ। ਇਹ ਤਾਂ ਕੋਈ ਜਿਹੜਾ ਇੱਕ ਕਾਨੂੰਨ ਅਤੇ ਇੱਕ ਦੇਸ਼ ਵਾਲਾ ਕੰਮ ਲਾਗੂ ਨਹੀਂ ਨਾ ਹੋ ਰਿਹਾ। ਕਾਨੂੰਨ ਦੀ ਨਜ਼ਰ 'ਚ ਸਾਰੇ ਬਰਾਬਰ ਨੇ, ਸੰਵਿਧਾਨ ਦੀ ਨਜ਼ਰ 'ਚ ਸਾਰੇ ਬਰਾਬਰ ਨੇ। ਤੁਸੀਂ ਸੰਵਿਧਾਨ ਦੀ ਸਪਿਰਿਟ ਦੇ ਵੀ ਖਿਲਾਫ ਜਿਹੜਾ ਕੰਮ ਕਰ ਰਹੇ ਹੋ। ਇਸ ਕਰਕੇ ਐਪਸਫਾ ਦਾ ਮੁੱਦਾ ਕੇਵਲ ਇੰਨਾ ਹੀ ਮੁੱਦਾ ਨਹੀਂ ਕਿ ਇੱਕ ਸਟੇਟ 'ਚ ਉਹਨਾਂ ਨੇ ਅੱਗੇ ਵਧਾਤਾ, ਇਹ ਵੱਡੇ ਪੱਧਰ ਦੇ ਉੱਤੇ ਹਿਊਮਨ ਰਾਈਟਸ ਦਾ ਕੁਐਸਚਨ, ਮਨੁੱਖੀ ਡਿਗਨਿਟੀ, ਸ਼ਾਨ ਦਾ ਸਵਾਲ, ਅਤੇ ਅਸੀਂ ਲੋਕਾਂ ਦੇ ਜਿਹੜੇ ਹੱਕ ਨੇ, ਮਤਲਬ ਇੰਡੀਵਿਜੂਅਲ ਜਿਹੜਾ ਹੱਕ ਮਿਲਦਾ ਹੈ ਉਹਦੇ ਕੋਲ ਦੇਸ਼ 'ਚ ਜਿਉਣ ਦਾ, ਸਿਟੀਜ਼ਨ ਦਾ, ਨਾਗਰਿਕ ਦਾ, ਉਹਨੂੰ ਕਿਵੇਂ ਪ੍ਰਭਾਵਿਤ ਕਰਦੇ ਆ, ਕਿਵੇਂ ਬਲਡੋਜ਼ ਕਰਦੇ ਆ, ਇਹ ਉਹਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹਦੇ 'ਤੇ ਸਾਰੇ ਦੇਸ਼ ਦੇ ਵਿੱਚ ਜਿੱਡੀ ਵੱਡੀ ਆਵਾਜ਼ ਉੱਠੂਗੀ ਉਹੋ ਜਿਹਾ ਫੈਸਲਾ ਹੋਏਗਾ। ਹੁਣ ਆਵਾਜ਼ ਕਿਉਂਕਿ ਉਨੀ ਕੁ ਹੈ, ਇਸ ਕਰਕੇ
ਨਾਗਾਲੈਂਡ ਚ ਰੌਲਾ ਪੈਂਦਾ, ਇਕੱਲੇ ਨਾਗੇ ਵਿਚਾਰੇ ਬੋਲ ਲੈਂਦੇ ਨੇ, ਬਾਹਰਲਾ ਦੇਸ਼ ਚੁੱਪ ਹੈ ਇੱਕ ਅੱਧੀ ਵਾਰ ਮਾੜਾ ਜਿਹਾ ਬੋਲ ਕੇ। ਜਿੰਨਾ ਚਿਰ ਦੇਸ਼ ਪੱਧਰ ਦੇ ਉੱਤੇ ਇੱਕ ਓਵਰਆਲ ਆਵਾਜ਼ ਪੈਦਾ ਨਹੀਂ ਹੁੰਦੀ ਉਹਨਾਂ ਚਿਰ ਸ਼ਾਇਦ ਇਹ ਸੈਟਲ ਨਹੀਂ ਚੀਜ਼ਾਂ ਹੋਣਗੀਆਂ। ਬਹੁਤ ਬਹੁਤ ਸ਼ੁਕਰੀਆ ਅਮੀਰ ਜੀ, ਅੱਜ ਲਈ ਇੰਨਾ, ਕੱਲ੍ਹ ਫਿਰ ਮਿਲਾਂਗੇ ਇਸ ਵੇਲੇ, ਧੰਨਵਾਦ।